ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਅਕਲ ਤੇ ਕਰਮ ਬਾਰੇ ਦੱਸਣ ਲੱਗੇ ਹਾਂ। ਅਕਲ ਹੈ ਜਿਹੜੀ ਉਹ ਕੀ ਕੰਮ ਕਰਦੀ ਹੈ ਤੇ ਜਿਹੜੇ ਕਰਮ ਹੈ ਉਹ ਕੀ ਕੰਮ ਕਰਦੇ ਨੇ। ਮਨੁੱਖ ਵਿੱਚ ਅਕਲ ਤੇ ਕਰਮ ਦੋਵਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇਗੇ, ਇਸੇ ਤਰ੍ਹਾਂ ਅਕਲ ਤੇ ਕਰਮ, ਜੇਕਰ ਇਕੱਲੀ ਅਕਲ ਹੋਵੇ ਤੇ ਕਰਮ ਨਾ ਹੋਣ ਤਾਂ ਵੀ ਇਨਸਾਨ ਹੈ ਜਿਹੜਾ ਬੇਕਾਰ ਹੋ ਜਾਂਦਾ ਹੈ, ਤੇ ਜੇਕਰ ਇਕੱਲੇ ਕਰਮ ਹੋਣ ਅਕਲ ਨਾ ਹੋਵੇ ਤਾਂ ਵੀ ਸਾਰਾ ਘਰ ਹੈ ਜਿਹੜਾ ਉਹ ਬਰਬਾਦ ਹੋ ਜਾਂਦਾ ਹੈ। ਇੱਕ ਵਾਰ ਇੱਕ ਜੱਟ ਸੀ, ਉਸ ਵਿੱਚ ਅਕਲ ਤੇ ਕਰਮ ਦੋਵੇਂ ਸਨ। ਇੱਕ ਦਿਨ ਅਕਲ ਤੇ ਕਰਮ ਦਾ ਦੋਵਾਂ ਦਾ ਆਪਸ ਵਿੱਚ ਝਗੜਾ ਹੋ ਗਿਆ, ਬਹਿਸ ਹੋ ਗਈ, ਲੜਾਈ ਹੋ ਗਈ। ਤਾਂ ਅਕਲ ਕਹਿਣ ਲੱਗੀ ਮੈਂ ਵੱਡੀ ਹਾਂ ਤੇ ਕਰਮ ਕਹਿਣ ਲੱਗੇ ਅਸੀਂ ਵੱਡੇ ਹਾਂ। ਅਕਲ ਕਹਿੰਦੀ ਖੂਬ ਲੜਾਈ ਹੋਈ। ਅਕਲ ਕਹਿੰਦੀ ਲੈ ਵੀ ਕਰਮੋ, ਮੈਂ ਇੱਕ ਸਾਈਡ 'ਤੇ ਹੋ ਗਈ ਤੇ ਤੁਸੀਂ ਆਪਦਾ ਕਰਤੱਵ ਦਿਖਾਓ। ਤਾਂ ਅਕਲ ਇੱਕ ਸਾਈਡ 'ਤੇ ਹੋ ਗਈ, ਉਸ ਮਨੁੱਖ ਨੂੰ ਕੋਈ ਅਕਲ ਨਾ ਰਹੀ, ਤੇ ਕਰਮ ਸੀ ਜਿਹੜੇ ਉਹ ਅੱਗੇ ਹੋ ਗਏ। ਉਹ ਜੇਕਰ ਸੋਨੇ ਨੂੰ ਹੱਥ ਲਾਉਂਦਾ ਤਾਂ ਉਸ ਦਾ ਰੇਤੇ ਨੂੰ ਹੱਥ ਲਾਉਂਦਾ ਤਾਂ ਸੋਨਾ ਬਣ ਜਾਂਦਾ। ਇਸ ਤਰ੍ਹਾਂ ਉਸ ਦਾ ਖੇਤੀਬਾੜੀ ਦਾ ਕੰਮ ਸੀ। ਉਸਨੇ ਖੇਤ ਵਿੱਚ ਚਰੀ ਬੀਜੀ, ਜਿਸ ਉੱਤੇ ਕਰਮਾਂ ਨੇ ਹੀਰੇ ਜਵਾਹਰਾਤ ਦੀਆਂ ਦੁੰਬੀਆਂ ਲਾ ਦਿੱਤੀਆਂ, ਫਲ ਲਾ ਦਿੱਤਾ। ਉਸ ਨੂੰ ਬਿਲਕੁਲ ਪਤਾ ਨਹੀਂ ਸੀ ਵੀ ਇਹ ਹੀਰੇ ਆ, ਕਿਉਂਕਿ ਉਸ ਨੂੰ ਅਕਲ ਨਹੀਂ ਸੀਗੀ। ਇਸ ਕਰਕੇ ਉਸ ਇਨਸਾਨ ਨੂੰ ਕੁਝ ਵੀ ਪਤਾ ਨਹੀਂ ਸੀਗਾ ਵੀ ਇਹਦੇ ਉੱਤੇ ਹੀਰੇ ਜਵਾਹਰਾਤ ਲੱਗੇ ਹੋਏ ਆ, ਇਹ ਕਿੰਨੇ ਕੀਮਤੀ ਹੈਗੇ। ਇਸੇ ਤਰ੍ਹਾਂ ਜੋ ਵੀ ਆਉਂਦਾ ਉਹ ਮਨੇ ਦੇ ਉੱਤੇ ਬੈਠਾ ਰਹਿੰਦਾ, ਉਹ ਆਦਮੀ ਮਨੇ ਉੱਤੇ ਬੈਠਾ ਰਹਿੰਦਾ। ਕਿਸੇ ਨੇ ਪੁੱਛਣਾ ਅਸੀਂ ਤੇਰੇ ਚਰੀ ਦਾ ਗੰਨਾ ਲੈਣਾ ਹੈ, ਤੇ ਉਹ ਕਹਿ ਦਿੰਦਾ ਲੈ ਜਾਓ, ਕਿਉਂਕਿ ਉਸ ਨੂੰ ਉਸ ਦੀ ਕੀਮਤ ਦਾ ਹੀ ਨਹੀਂ ਸੀ ਪਤਾ, ਹੀਰੇ ਮੋਤੀਆਂ ਦੀ ਕੀਮਤ ਦਾ ਨਹੀਂ ਸੀ ਪਤਾ। ਇੱਕ ਦਿਨ ਇਸ ਤਰ੍ਹਾਂ ਸ਼ਿਕਾਰ ਖੇਡਦਾ ਇੱਕ ਰਾਜਾ ਆਇਆ। ਰਾਜੇ ਦੇ ਜਿਹੜੇ ਘੋੜੇ ਸੀ ਉਹ ਉੱਧਰਲੀ ਸਾਈਡ ਚਲੇ ਗਏ। ਤਾਂ ਵਜ਼ੀਰ ਨੇ ਦੇਖਿਆ ਕਿ ਇੱਕ ਆਦਮੀ ਮਨੇ ਉੱਤੇ ਬੈਠਾ ਹੈ, ਤੇ ਉਸ ਦੇ ਜਿਹੜੇ ਖੇਤ ਹੈਗੇ ਉਸ ਵਿੱਚ ਹੀਰੇ ਜਵਾਹਰਾਤ ਲੱਗੇ ਹੋਏ ਹਨ। ਵਜ਼ੀਰ ਨੇ ਉਸ ਆਦਮੀ ਨੂੰ ਆਵਾਜ਼ ਦਿੱਤੀ ਵੀ ਤੂੰ ਥੱਲੇ ਆ, ਪਰ ਉਹ ਕਹਿਣ ਲੱਗਿਆ ਵੀ ਜੇ ਤੈਨੂੰ ਗੰਨਿਆਂ ਦੀ ਲੋੜ ਆ ਮੈਂ ਥੱਲੇ ਤਾਂ ਨਹੀਂ ਆਉਂਦਾ, ਜਿੰਨੇ ਤੈਨੂੰ ਗੰਨਿਆਂ ਦੀ ਲੋੜ ਆ ਤੂੰ ਗੰਨੇ ਪੱਟ ਕੇ ਲੈ ਜਾ। ਵਜ਼ੀਰ ਨੇ 2 ਟਾਂਡੇ ਪੱਟੇ ਤੇ ਰਾਜੇ ਕੋਲ ਚਲਿਆ ਗਿਆ। ਰਾਜੇ ਨੂੰ ਜਾ ਕੇ ਦਿਖਾਇਆ ਵੀ ਦੇਖੋ ਜੱਟ ਦੇ ਖੇਤ ਵਿੱਚ ਹੀਰੇ ਜਵਾਹਰਾਤ ਲੱਗੇ ਹੋਏ ਆ, ਉਹ ਕਿੰਨਾ ਅਮੀਰ ਬੰਦਾ ਹੈ, ਤੇ ਤੁਸੀਂ ਆਪਣੀ ਧੀ ਦਾ ਜਿਹੜਾ ਰਿਸ਼ਤਾ ਹੈ ਇੱਥੇ ਵੀ ਕਰ ਸਕਦੇ ਹੋਗੇ, ਕਿਉਂਕਿ ਉਹ ਤੁਹਾਡੇ ਨਾਲੋਂ ਬਹੁਤ ਜ਼ਿਆਦਾ ਅਮੀਰ ਹੋਣਾ ਹੈ। ਰਾਜੇ ਦੇ ਸਿਪਾਹੀ ਉਸ ਨੂੰ ਲੈਣ ਵਾਸਤੇ ਆਏ, ਪਰ ਉਸ ਆਦਮੀ ਦੇ ਵਿੱਚ ਅਕਲ ਹੈ ਨਹੀਂ ਸੀ। ਇਸ ਕਰਕੇ ਉਸਨੇ ਰਾਜੇ ਦੇ ਸਿਪਾਹੀਆਂ ਨੂੰ ਜਵਾਬ ਦੇ ਦਿੱਤਾ। ਹੁਣ ਸਿਪਾਹੀਆਂ ਨੂੰ ਰਾਜੇ ਨੇ ਹੁਕਮ ਦਿੱਤਾ ਵੀ ਇਸ ਨੂੰ ਮੱਲੋ ਜੋਰੀ ਲੈ ਕੇ ਆਓ। ਤਾਂ ਉਸ ਨੂੰ ਧੱਕੇ ਨਾਲ ਮਨੇ ਤੋਂ ਉਤਾਰ ਕੇ ਆਪਣੇ ਸਾਧਨ ਰਾਹੀਂ ਰਾਜੇ ਕੋਲ ਲੈ ਗਏ। ਰਾਜੇ ਨੇ ਪੁੱਛਿਆ ਵੀ ਮੈਂ ਆਪਣੀ ਲੜਕੀ ਦੀ ਸ਼ਾਦੀ ਹੈ, ਜਿਹੜੇ ਤੇਰੇ ਖੇਤ ਵਿੱਚ ਹੀਰੇ ਜਵਾਹਰਾਤ ਲੱਗੇ ਹੋਏ ਨੇ, ਘਰ ਵਿੱਚ ਪਤਾ ਨਹੀਂ ਤੇਰੇ ਕਿੰਨਾ ਕੁਛ ਹੋਣਾ ਹੈ, ਤੂੰ ਬੜਾ ਅਮੀਰ ਹੈਗਾ, ਇਸ ਕਰਕੇ ਮੈਂ ਤੇਰਾ ਜਿਹੜਾ ਰਿਸ਼ਤਾ ਹੈ ਆਪਣੀ ਧੀ ਨਾਲ ਪੱਕਾ ਕਰਨਾ ਚਾਹੁੰਦਾ। ਉਹ ਕੁਝ ਨਾ ਬੋਲਿਆ, ਕਿਉਂਕਿ ਉਸ ਨੂੰ ਅਕਲ ਕੁਝ ਨਹੀਂ ਸੀਗੀ। ਉਹ ਚੁੱਪਚਾਪ ਵੇਖਦਾ ਰਿਹਾ। ਰਾਜੇ ਨੇ ਆਪਣੀ ਧੀ ਦਾ ਰਿਸ਼ਤਾ ਉਸ ਆਦਮੀ ਨਾਲ ਕਰ ਦਿੱਤਾ। ਉਸ ਦੇ ਬੈਠਣ ਵਾਸਤੇ ਇੱਕ ਬਹੁਤ ਸੋਹਣਾ ਮਹਿਲ ਤਿਆਰ ਕੀਤਾ ਗਿਆ, ਜਿੱਥੇ ਰਾਜੇ ਦੇ ਜਵਾਈ ਅਤੇ ਧੀ ਨੇ ਸੌਣਾ ਸੀ। ਉਸ ਮਹਿਲ ਦੇ ਕੋਲ ਇੱਕ ਨਦੀ ਬੈਠਦੀ ਸੀ। ਤਾਂ ਨਦੀ ਦੇ ਵਿੱਚ
मगरमच्छ ते होर अनेकां प्रकार के जीव सी जिहड़े नदी विच रहिंदे सन। उसने सोचा, उस महल दे उत्ते एक बारी सी जदों राजे दी धी अपनी सानू सौगत नाल तैयार हो के अपने महलों अपने पति कोल महलों विच आई, तो उसने सोचा कि शायद ये डैन मैनू खाण वास्ते आ रही है। तो उसने बारी खोली ते नदी दे विच छाल मारी। उसकी धी ने बड़ा रौला पाया। अगे माछी सी जिहड़े जाल लग्या होया सीगा, क्योंकि महलों के कोले सीगा, जिहड़ा वो जाल दे विच फस गया। वो आदमी सी जिहड़ा राजे दा जवाई बनया होया, वो जाल विच फस गया। नौकरां ने कढ़िया, उसने उन्होंने सोचा भी राजे दा जवाई है, शायद राजा सानू बहुत ज़्यादा इनाम देवेगा। तो सवेर नूं ढंढूरा पिट्टिया गया। राजे नूं पता लग्या, राजे दी धी सी जिहड़ी वो अपने पिता कोल आके बहुत रोई, बहुत करलाई, पिता जी तुसीं मेरे किहो जिहे आदमी नाल शादी कर दित्ती है जिस नूं बिल्कुल भी अकल नहीं है। राजे ने सोचा इसका खेत तां हीरे मोतियां नाल भरिया होया सी, पर मैनू ये ही भुल गया कि इसकी अकल नूं मैं परख लैंदा। इस तरह राजे दे जिहड़े अहलकार सी जां जदों राजे नूं दस्सिया तां राजे नूं बड़ा गुस्सा आया। उसने अपनी धी नाल कीते बरताव तो दुखी होया। इन्नी देर विच जो मासी जाल लाई बैठे सन वो उसनूं लैके राजे दे महल पहुँच गए ते राजे तो नाम प्राप्त करन दी सोचण लगे। जदों राजे नूं पता लग्या कि कुछ जिहड़े लोग हैगे मेरे जवाई नूं लैके इत्थे आए हन, तां उसने कहा कि इसनूं मेरे मत्थे ना लाओ। हुण क्योंकि उस विच कल्ले कर्म सन, अकल दा बिल्कुल घाटा सी, तां हुण अकल राजे ने हुक्म दिता कि इसनूं फांसी चढ़ा दिता जावे। जिसने मेरी धी दी कदर नहीं कीती इसनूं मार दिता जावे। अकल आके कर्मां नूं कहण लगी भी कर्मों हुण तां इह फांसी चढ़ रहा है, तुसीं तां आपदा हुण तुसीं इसनूं फांसी तो बचाओ। कर्म अकल दे पैरी पै गए, कहण लगे मैं इस दे खेत विच हीरे मोती पैदा कर दिते, इस दा राजे दी धी नाल शादी कर दिती, पर हुण अकल तू ही इसनूं बचा सकदी है। अकल कहण लगी कर्मां नूं तुस परे हो जा, मैं इस विच प्रवेश करन लगी हाँ। अकल उस आदमी विच प्रवेश कर गई ते उसने जदों राजे ने हुक्म दिता भी इसनूं मारिया जावे, इसनूं फांसी दिती जावे, तां अकल आउण कारण राजे दे जवाई ने कहा भी राजा साहब दे नाल मेरियां दो गल्लां करा दो। राजे ने कहा मैं इसनूं मत्थे नहीं लाउणा, पर कुछ वजीरां ने अहलकारां ने विच हो के कहा कि राजा साहब इस तरह किया जाए कि एक तंबू लाया जाए जिस विच एक पासे तुसी खड़े हो जावो ते दूसरे पासे इसनूं खड़ा किया जाए। तां राजा मन गया। उसने अपनी गल शुरू की भी तू मेरी धी नूं इस तरह छड्ड के नदी विच साल क्यों मारी। तां उस आदमी ने उत्तर दिता महाराज जिस समय तुहाडी धी आ रही सी उस समय अपने पिछे एक गऊआं दा पछवाड़ा है जिस विच बहुत सारियां गऊआं रहिंदियां हन। उस गऊआं नूं खाण वास्ते शेर पै गया सी। मैं गऊआं नूं बचाउण वास्ते उधर साल मारी, पर मेरी साल सी जिहड़ी वो गऊआं दे वाड़े दी बजाए नदी विच ही मैथों मैं डिग पिया। इस करके मैनू मजबूरी हो गई। मैं गऊआं जदों मेरी साल सुनी, खड़का सुनिया, तो शेर सी जिहड़ा वो भज गया, गऊआं बच गईयां। इस करके मैं सोचा सी भी तेरी धी दे नाल तां मैं हमेशा रहना ही रहना है, जेकर अज मैं गऊआं ना बचाईआं तां बहुत वड्डा अनर्थ होवेगा। राजे नूं ये गल सुन के बड़ी हैरानी हुई। उसने कहा भी किन्ना बुद्धिमान है
ਜਿਸ ਨੇ ਮੇਰੀ ਧੀ ਦੀ ਪਰਵਾਹ ਨਾ ਕਰਦੇ ਹੋਏ ਇੱਕ ਗਊਆਂ ਨੂੰ ਬਚਾਇਆ, ਗਊਆਂ ਦੇ ਵਾੜੇ ਨੂੰ ਬਚਾਇਆ, ਜਿਸ ਵਿੱਚ ਹਜ਼ਾਰਾਂ ਗਊਆਂ ਸ਼ੇਰ ਦੇ ਚਪੇਟ ਵਿੱਚੋਂ ਬਚ ਗਈਆਂ। ਇਸ ਤਰ੍ਹਾਂ ਰਾਜੇ ਨੇ ਖੁਸ਼ ਹੋ ਕੇ ਉਹਨਾਂ ਨੂੰ ਆਪਣੇ ਦੇਸ਼ ਵਿੱਚ ਵਿਦਾ ਕੀਤਾ। ਉਹ ਆਪਣੇ ਘਰ ਚਲੇ ਗਏ। ਇਸ ਤਰ੍ਹਾਂ ਸਾਨੂੰ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ, ਜੇਕਰ ਬੰਦੇ ਵਿੱਚ ਅਕਲ ਹੋਵੇ ਤਾਂ ਕਰਮਾਂ ਦਾ ਹੋਣਾ ਨਾਲ ਬਹੁਤ ਜ਼ਰੂਰੀ ਹੈ। ਅਕਲ ਤੇ ਕਰਮ ਨਾਲ ਨਾਲ ਚੱਲਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।